ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ NPTEL ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 2 ਅਤੇ ਲੈਕਚਰ ਨੰਬਰ 20 ਵਿੱਚ ਹਾਂ। ਇਸ ਵਿੱਚ ਅਸੀਂ ਕੋਨਿਕ ਭਾਗਾਂ ਦੇ ਭਾਗ ਨੂੰ ਪੂਰਾ ਕਰ ਰਹੇ ਹਾਂ। ਕਿ ਇੱਕ ਕੋਣ ਉੱਤੇ ਇੱਕ ਕੋਨਿਕਲ ਹੈਲਿਕਸ ਕਿਵੇਂ ਬਣਾਇਆ ਜਾਵੇ। ਇਸ ਲਈ, ਜੇਕਰ ਅਸੀਂ ਇੱਕ ਕੋਣ ਦੇ ਦੁਆਲੇ ਇੱਕ ਰੱਸੀ ਜਾਂ ਧਾਗਾ ਘੁਮਾ ਰਹੇ ਹਾਂ, ਜਿਸ ਨੂੰ ਸਿਖਰ ਤੋਂ ਲੈ ਕੇ ਬੇਸ ਜਿਓਮੈਟ੍ਰਿਕ ਕਰਵ ਤੱਕ ਸਾਰੇ ਤਰੀਕੇ ਨਾਲ ਸੋਟ ਕਰਦੇ ਹਾਂ, ਜਿਸ ਨੂੰ ਕੋਨਿਕਲ ਹੈਲਿਕਸ ਕਿਹਾ ਜਾਂਦਾ ਹੈ। ਉਦਾਹਰਨ ਲਈ, ਆਓ ਅਸੀਂ ਬੇਸ 70 mm ਅਤੇ ਉਚਾਈ 90 mm ਦੇ ਇੱਕ ਕੋਣ ਦੇ ਦੁਆਲੇ ਘੁੰਮਦੇ ਹੋਏ ਕੋਨਿਕਲ ਹੈਲਿਕਸ ਨੂੰ ਵੇਖੀਏ। ਅਤੇ ਇਸਨੇ ਬੇਸ ਤੋਂ ਸ਼ੁਰੂ ਹੋ ਕੇ ਇੱਕ ਸਿਖਰ ਤੱਕ 1 ਰੈਵੋਲੂਸ਼ਨ ਕੀਤੀ ਹੈ। ਠੀਕ ਇਸ ਲਈ, ਸਭ ਤੋਂ ਪਹਿਲਾਂ ਸਾਨੂੰ ਫਰੰਟਲ ਵਿਊ ਵਿੱਚ ਇੱਕ ਕੋਣ ਬਣਾਉਣਾ ਪਵੇਗਾ, ਜਿਸ ਨੂੰ ਅਸੀਂ ਇੱਕ ਤਿਕੋਣ ਦੇ ਰੂਪ ਵਿੱਚ ਪ੍ਰਾਪਤ ਕਰਾਂਗੇ। ਪਹਿਲਾਂ ਸਾਨੂੰ ਕਿਸੇ ਇੱਕ ਵਿਊ ਵਿੱਚ ਲੋੜੀਂਦੇ ਬੇਸ ਅਤੇ ਉਚਾਈ ਦਾ 1 ਤਿਕੋਣ ਬਣਾਉਣਾ ਹੋਵੇਗਾ। ਜੇਕਰ ਅਸੀਂ ਬੋਟਮ ਤੋਂ ਦੇਖ ਰਹੇ ਹਾਂ, ਤਾਂ ਇਹ ਇੱਕ ਸਰਕਲ ਵਰਗਾ ਦਿਖਾਈ ਦਿੰਦਾ ਹੈ। ਇਸ ਲਈ ਇੱਕ ਵਿਊ ਸਰਕਲ ਹੈ, ਜਿਸ ਨੂੰ ਅਸੀਂ ਉਸੇ ਡਾਇਆਮੀਟਰ ਦਾ ਬਣਾਉਣਾ ਹੈ। ਫਿਰ ਚੱਕਰ ਨੂੰ 8 ਬਰਾਬਰ ਭਾਗਾਂ ਵਿੱਚ ਵੰਡੋ। ਉਹਨਾਂ ਨੂੰ 1, 2, 3, 4, 5, 6, 7 ਅਤੇ 8 ਦਾ ਨੰਬਰ ਦਿਓ। ਉਸ ਤੋਂ ਬਾਅਦ, ਇਸ ਕੋਣ ਦੀ ਉਚਾਈ ਨੂੰ P ਤੋਂ ਉਚਾਈ H ਤੱਕ 8 ਇਕੁਅਲ ਭਾਗਾਂ ਵਿੱਚ ਵੰਡੋ। ਇਹ ਵੀ 8 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਹੌਰੀਜ਼ੌਨਟਲ ਲਾਈਨਾਂ ਉੱਥੇ ਤੱਕ ਡਰਾਇੰਗ ਕਰਕੇ, ਫਿਰ ਉਹਨਾਂ ਨੂੰ ਪੁਆਇੰਟ 1, 2, 3 ਦੇ ਰੂਪ ਵਿੱਚ ਨੰਬਰ 8 ਤੱਕ ਨਾਮ ਦਿਓ। ਹੁਣ ਇਹਨਾਂ ਲੇਬਲਾਂ ਤੋਂ ਸਰਕਲ ਦੇ 1, 2, 3, 4, 5, 6, 7, 8 ਲਾਈਨਾਂ ਨੂੰ ਵਧਾਉਂਦੇ ਹਾਂ, ਜੋ ਕੋਣ ਉੱਤੇ ਲਾਈਨਾਂ ਬਣਾਉਣ ਜਾ ਰਹੀਆਂ ਹਨ। ਇਸ ਲਈ, ਇਹਨਾਂ ਨੂੰ ਕੋਣ ਦੀਆਂ ਜਨਰੇਟਡ ਲਾਈਨਾਂ ਕਹਿੰਦੇ ਹਨ। ਇਸ ਲਈ ਆਓ ਅਸੀਂ ਇੱਕ ਖਾਸ ਲਾਈਨ ਤੇ ਵਿਚਾਰ ਕਰੀਏ। ਅਸੀਂ ਇਸ ਪੁਆਇੰਟ ਤੇ ਇੱਕ ਜਨਰੇਟਰ ਬਣਾਉਣਾ ਚਾਹਾਂਗੇ, ਤਾਂ ਕਿ ਜੇਕਰ ਅਸੀਂ 3 ਲਾਈਨ ਨੂੰ 5 ਤੱਕ ਫੈਲਾ ਰਹੇ ਹਾਂ, ਜਿੱਥੇ ਇਹ ਬੇਸ ਨੂੰ ਕੱਟ ਰਿਹਾ ਹੈ ਉੱਥੇ ਤੋਂ ਬਿੰਦੂ ਨੂੰ ਪੀਕ ਜਾਂ ਸਿਖਰ ਤੱਕ ਸਾਰੇ ਤਰੀਕੇ ਨਾਲ ਜੋੜਦਾ ਹੈ। ਇਸ ਲਈ ਇਹ ਤਰੀਕਾ ਹੈ ਕਿ ਅਸੀਂ ਇੱਕ ਜਨਰੇਟਰ ਦਾ ਨਿਰਮਾਣ ਕਰਾਂਗੇ। ਇਸੇ ਤਰ੍ਹਾਂ 2 ਤੋਂ ਉਸ ਬਿੰਦੂ ਤੱਕ ਸਾਰੇ ਤਰੀਕੇ ਨਾਲ ਵਧਾਉਂਦੇ ਹਨ। ਉਸ ਪੁਆਇੰਟ ਤੋਂ 8 ਸਿਖਰ ਦੂਜੇ ਜਨਰੇਟਰ ਨੂੰ ਜੋੜ ਰਹੇ ਹਨ। ਅਸੀਂ ਇਸੇ ਤਰ੍ਹਾਂ ਇੱਕ ਲਾਈਨ ਬਣਾ ਸਕਦੇ ਹਾਂ ਜੋ 1 ਤੋਂ 7 ਤੱਕ ਇਸ ਬੇਸ ਤੇ ਇਸ ਕੋਣ ਨੂੰ ਕੱਟਦਾ ਹੈ, ਇਸ ਬੇਸ ਨੂੰ 8 ਨਾਲ ਜੋੜਦਾ ਹੈ। ਇਸ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਕੋਣ ਦੇ ਜਨਰੇਟਰ ਬਣਾਉਣੇ ਪੈਂਦੇ ਹਨ, ਅਤੇ ਉਸ ਕੋਣ ਤੇ ਇਕੁਅਲ ਸੰਖਿਆ ਵਿੱਚ ਡਿਵੀਜ਼ਨਾਂ ਵੀ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ, ਅਸੀਂ ਫਰੰਟਲ ਵਿਊ ਵਿੱਚ ਇਸ ਕੋਣ ਦੇ ਦੁਆਲੇ ਪੁਆਇੰਟ ਜਾਂ ਵਾਈਨਡ ਰੱਸੀ ਬਣਾਵਾਂਗੇ। ਇਸ ਲਈ ਇਸ ਫਰੰਟ ਵਿਊ ਤੇ, ਅਸੀਂ ਇਸ 8 ਪੁਆਇੰਟ ਨੂੰ ਵਧਾਉਂਦੇ ਹਾਂ, ਜੋ P ਪੱਧਰ ਤੇ ਇੱਕ ਪੁਆਇੰਟ ਬਣਾਉਣ ਜਾ ਰਿਹਾ ਹੈ। ਇੱਕ ਡੋਟ ਬਣਾਓ। ਇਸੇ ਤਰ੍ਹਾਂ ਹੀ ਜੇ ਅਸੀਂ ਇਸ ਇੱਕ ਇਕੁਅਲ ਦੀ ਡਿਵੀਜ਼ਨ ਦੀ ਇੰਟਰਸੈਕਸ਼ਨ ਲਾਈਨ ਤੇ ਜਾ ਰਹੇ ਹਾਂ, ਅਤੇ ਇੱਕ ਲਾਈਨ ਜੋ ਇੱਕ ਪੁਆਇੰਟ ਵਿੱਚੋਂ ਲੰਘ ਰਹੀ ਹੈ, ਜੋ ਇੱਕ ਬਿੰਦੂ P1
ਵੀ ਬਣਾ ਰਹੀ ਹੈ। ਇੱਕ ਵਾਰ ਜਦੋਂ ਇਹ ਦੂਜੇ ਤੋਂ ਕੀਤਾ ਜਾਂਦਾ ਹੈ, ਤਾਂ ਇੱਕ ਲਾਈਨ ਅਤੇ ਇੱਕ ਹੋਰੀਜ਼ੋਨਟਲ ਲਾਈਨ ਨੂੰ ਵਧਾਓ ਜਿੱਥੇ ਇਹ ਇੰਟਰਸੈਕਟ ਕਰਨ ਜਾ ਰਹੀ ਹੈ ਬਿੰਦੂ P2 ਦਾ ਪਤਾ ਲਗਾਓ ਹੋਰੀਜ਼ੋਨਟਲ ਲਾਈਨ P3 ਤੇ ਜਨਰੇਟ ਕਰਦੀ ਹੈ। ਇਸ ਲਈ ਇਹ ਲਾਈਨ ਹੈ ਜਿੱਥੇ ਇਹ ਇੰਟਰਸੈਕਟ ਕਰਨ ਜਾ ਰਹੀ ਹੈ, ਇਸ ਨੂੰ ਵਧਾਓ। ਇਸ ਲਈ ਅਸੀਂ ਇੱਕ ਹੋਰ ਬਿੰਦੂ P3 ਬਣਾਉਣ ਜਾ ਰਹੇ ਹਾਂ। ਇਸੇ ਤਰ੍ਹਾਂ P4 ਜਿੱਥੇ ਅੱਗੇ ਇੱਕ ਲਾਈਨ ਜਨਰੇਟ ਕਰਦੀ ਹੈ, ਜੋ ਕਿ ਪੰਜਵੀਂ ਜਨਰੇਟਰ ਲਾਈਨ ਨੂੰ ਇੰਟਰਸੈਕਟ ਕਰਦੀ ਹੈ। ਇਸ ਬਿੰਦੂ ਵਿੱਚੋਂ ਲੰਘ ਰਹੀ ਹੈ ਅਤੇ ਪੰਜਵੀਂ ਇੱਕ ਇੰਟਰਸੈਕਟਿੰਗ ਬਿੰਦੂ ਹੈ। ਇਸ ਤਰ੍ਹਾਂ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ। ਅਸੀਂ ਪੁਆਇੰਟ P1 2 3 4 5 6 7 8 ਪਤਾ ਕਰਦੇ ਹਾਂ। ਤਾਂ ਜੋ ਸਿਖਰਲੇ ਪੁਆਇੰਟ ਵਾਸਤੇ ਸਾਨੂੰ ਹਮੇਸ਼ਾ ਜਨਰੇਟਰ ਲਾਈਨ ਅਤੇ ਜਨਰੇਟਰ ਵਿੱਚੋਂ ਕਿਸੇ ਇੱਕ ਤੇ ਬਣਾਈ ਗਈ ਇਕੁਅਲ ਡਿਵੀਜ਼ਨ ਨੂੰ ਇੰਟਰਸੈਕਟ ਕਰਨਾ ਪਵੇ। ਇਸ ਲਈ ਜਨਰੇਟਰਾਂ ਵਿੱਚੋਂ ਕਿਸੇ ਇੱਕ ਦੁਆਰਾ ਬਣਾਈ ਗਈ ਇਕੁਅਲ ਡਿਵੀਜ਼ਨ ਇਹ ਜਨਰੇਟਰ ਲਾਈਨ ਇੱਕ ਨਾਲ ਇੰਟਰਸੈਕਟਿੰਗ ਕਰਦੀ ਹੈ। ਇਸ ਤਰ੍ਹਾਂ ਅਸੀਂ ਇਹ ਸਾਰੇ ਸਟਾਪ ਪੁਆਇੰਟ ਬਣਾਵਾਂਗੇ। ਇੱਕ ਵਾਰ ਜਦ ਸਟਾਪ ਪੁਆਇੰਟਾਂ ਨੂੰ ਪੂਰਾ ਕਰ ਲਿਆ ਜਾਂਦਾ ਹੈ, ਤਾਂ ਅਸੀਂ P1, P2, P3, P4 ਵਿੱਚੋਂ ਗੁਜ਼ਰਦੇ ਹੋਏ ਇੱਕ ਫ੍ਰੀਹੈਂਡ ਸਕੈਚ ਬਣਾ ਸਕਦੇ ਹਾਂ। ਇੱਕ ਮੋੜ ਲੈਂਦਾ ਹੈ ਜੋ ਉਸ ਵਿੱਚੋਂ ਗੁਜ਼ਰਦਾ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ P ਤੋਂ ਬੋਟਮ ਅਤੇ ਬੋਟਮ ਵਿਊ ਲਈ ਇੱਕ ਕੋਣ ਨੂੰ ਉੱਪਰ ਵਾਲੇ ਪਾਸੇ ਘੁਮਾਉਂਦੇ ਹੋਏ ਇੱਕ ਕੋਨਿਕਲ ਹੈਲਿਕਸ ਨੂੰ ਬਣਾਉਂਦੇ ਹਾਂ। ਜੇ ਅਸੀਂ ਕੋਈ ਪਰਪੈਂਡੀਕਿਊਲਰ ਲਾਈਨ ਦੀ ਡ੍ਰੌਪਿੰਗ ਕਰ ਰਹੇ ਹਾਂ, ਤਾਂ ਇਸ ਪੁਆਇੰਟ ਤੇ ਪਹਿਲੀ ਲਾਈਨ ਇੰਟਰਸੈਕਟ ਕਰਨ ਜਾ ਰਿਹਾ ਹੈ, ਉਸ ਪਹਿਲੇ ਪੁਆਇੰਟ P1 ਦਾ ਪਤਾ ਲਗਾਓ। ਇਸ P2 ਨੂੰ ਜਨਰੇਟਰ ਲਾਈਨ ਵਿੱਚੋਂ ਇੱਕ ਤੋਂ ਸਾਰੇ ਤਰੀਕੇ ਨਾਲ ਵਧਾਓ। ਜਦੋਂ ਇਹ ਸੈਂਟਰ ਤੋਂ ਕੀਤਾ ਜਾਂਦਾ ਹੈ, ਤਾਂ ਇੱਕ ਚਾਪ ਬਣਾਓ ਜੋ ਇਸ ਪੁਆਇੰਟ ਨੂੰ ਇੰਟਰਸੈਕਟ ਕਰਨ ਜਾ ਰਿਹਾ ਹੈ। ਇਸ ਨੂੰ P2 ਕਹੋ। P3 ਲਈ ਪਰਪੈਂਡੀਕੂਲਰ ਡ੍ਰੌਪ ਕਰੋ। ਇਸ ਲਈ ਇਹ ਤਿੰਨ ਲਾਈਨ ਇੰਟਰਸੈਕਟ ਕਰਨ ਜਾ ਰਿਹਾ ਹੈ, ਉਸ ਨੂੰ P3 ਕਹੋ। P4 ਲਈ ਇੱਕ ਲਾਈਨ ਡ੍ਰੌਪ ਕਰੋ ਜਿੱਥੇ ਇਹ ਇੰਟਰਸੈਕਟਿੰਗ ਕਰਦੀ ਹੈ, ਉਸ ਪੁਆਇੰਟ ਨੂੰ P4 ਵਜੋਂ ਕਹੋ। ਉਸੇ ਤਰ੍ਹਾਂ ਬਿੰਦੂ P5 ਤੋਂ ਇਸ ਨੂੰ ਸਾਰੇ ਤਰੀਕੇ ਨਾਲ ਵਧਾਓ ਜਿੱਥੇ ਇੰਟਰਸੈਕਟ ਕਰਨ ਜਾ ਰਿਹਾ ਹੈ, ਇਸ ਲਈ ਉਸ ਬਿੰਦੂ ਨੂੰ P5 ਕਹੋ। P6 ਲਈ ਇੱਕ ਲਾਈਨ ਨੂੰ ਡ੍ਰੌਪ ਕਰੋ। ਇੱਕ ਜਨਰੇਟਰ ਤੋਂ O ਤੋਂ ਇਸ ਬਿੰਦੂ ਤੱਕ ਇਕੁਅਲ ਰੇਡੀਅਸ ਨਾਲ ਖਤਮ ਕਰਨ ਲਈ ਇੱਕ ਚਾਪ ਬਣਾਓ। P6 P7 ਨੂੰ ਲੋਕੇਟ ਕਰੋ ਲਾਈਨ ਨੂੰ ਉਸ ਪੁਆਇੰਟ ਤੇ ਇੰਟਰਸੈਕਟ ਲਈ ਹੇਠਾਂ ਵੱਲ ਸਾਰੇ ਤਰੀਕੇ ਨਾਲ ਵਧਾਓ। ਇਸ ਤਰੀਕੇ ਨਾਲ ਅਸੀਂ ਬੋਟਮ ਵਿਊ ਵਿੱਚ P1, P2, P3 ਬਿੰਦੂਆਂ ਦਾ ਨਿਰਮਾਣ ਕਰਾਂਗੇ ਅਤੇ ਫਿਰ ਇਹਨਾਂ ਬਿੰਦੂਆਂ ਵਿੱਚੋਂ ਲੰਘਣ ਵਾਲੀ ਲਾਈਨ ਨੂੰ ਡਰਾ ਕਰਾਂਗੇ। ਇਹ ਉਹ ਤਰੀਕਾ ਹੈ ਜੋ ਟੌਪ ਵਿਊ ਤੋਂ ਕੋਨਿਕਲ ਹੈਲਿਕਸ ਦਿਖਾਈ ਦਿੰਦਾ ਹੈ। ਆਓ ਇਹਨਾਂ ਕਦਮਾਂ ਨੂੰ ਗ੍ਰਾਫਿਕਲ ਸ਼ੀਟ ਉੱਤੇ ਕਰੀਏ। ਪਹਿਲਾਂ ਸਾਨੂੰ 70 mm ਡਾਇਆਮੀਟਰ ਦਾ ਇੱਕ ਸਰਕਲ ਬਣਾਉਣਾ ਹੈ। ਇਸ ਲਈ 35 mm 0.35 mm ਦਾ ਇੱਕ ਪੁਆਇੰਟ ਲੋਕੇਟ ਕਰੋ। ਆਓ ਅਸੀਂ ਸਕੇਲ ਨੂੰ ਵਧਾਉਂਦੇ ਹਾਂ ਤਾਂ ਜੋ
ਅਸੀਂ ਉਸ ਸਰਕਲ ਦੇ ਸਮਾਨਾਂਤਰ ਇੱਕ ਟੈਂਜੈਂਟ ਡਰਾ ਕਰ ਸਕੀਏ। ਜਿਸ ਦੇ ਸਮਾਨਾਂਤਰ ਰੇਖਾਵਾਂ ਬਣਾਉਣ ਲਈ ਸਾਨੂੰ ਅੱਗੇ ਵਧਣਾ ਹੈ। ਇਸੇ ਤਰ੍ਹਾਂ ਇੱਕ ਹੋਰ ਪੈਰਲਲ ਲਾਈਨ ਡਰਾ ਕਰੋ। ਸਾਰੇ ਤਰੀਕੇ ਨਾਲ ਕਿਸੇ ਵੀ ਬੇਸ ਤੋਂ ਇਹਨਾਂ ਲਾਈਨਾਂ ਤੇ ਸਿਖਰ ਦਾ ਪਤਾ ਲਗਾਓ। ਆਓ ਬੇਸਲਾਈਨ ਨੂੰ ਜੋੜੀਏ। ਇਸ ਲਈ ਆਓ ਇਸ ਨੂੰ ਬਣਾਈਏ ਕਿ ਕੋਣ ਬੇਸ A ਹੈ। ਇਹ ਬਿੰਦੂ ਵਿੱਚ ਸ਼ੁਰੂਆਤੀ ਪੁਆਇੰਟ ਹਨ। ਆਓ ਇਸ ਨੂੰ ਅਸੀਂ P ਕਹੀਏ। ਸਾਨੂੰ ਕੋਣ 90 mm ਦੀ ਉਚਾਈ ਵਜੋਂ 90 mm ਦਾ ਪਤਾ ਲਗਾਉਣਾ ਹੋਵੇਗਾ। ਇੱਕ ਕੋਣ ਦੇ ਵਿਊਜ਼ ਵਿੱਚੋਂ ਇੱਕ ਨੂੰ ਬਣਾਉਣ ਲਈ ਇਹਨਾਂ ਅੰਤ ਬਿੰਦੂਆਂ ਨੂੰ ਮਿਲਾਓ, ਜੋ ਕਿ ਇੱਕ ਤਿਕੋਣ ਵਰਗਾ ਦਿਸਦਾ ਹੈ। ਹੁਣ ਇਸ ਕੋਣ ਸਲਾਂਟ ਥਿੰਗ ਨੂੰ ਬਰਾਬਰ ਭਾਗਾਂ ਵਿੱਚ ਵੰਡੋ। ਆਓ ਇਸ ਪ੍ਰੋਜੈਕਟਡ ਲਾਈਨ ਨੂੰ ਇਕੁਅਲ ਸੰਖਿਆ ਦੇ ਭਾਗਾਂ ਵਿੱਚ ਵਰਤੀਏ। 8 ਇਕੁਅਲ ਭਾਗ 1 2 3 4 5 6 7 ਅਤੇ 8 ਬਣਾਉਣ ਲਈ ਕੰਪਸ ਦੀ ਵਰਤੋਂ ਕਰੋ। ਇਹਨਾਂ ਬਿੰਦੂਆਂ ਨੂੰ 1 ਪ੍ਰਾਈਮ 2 ਪ੍ਰਾਈਮ 3 ਪ੍ਰਾਈਮ 4 ਪ੍ਰਾਈਮ 5 ਪ੍ਰਾਈਮ 6 ਪ੍ਰਾਈਮ 7 ਪ੍ਰਾਈਮ 8 ਪ੍ਰਾਈਮ ਦਾ ਨਾਮ ਦਿਓ। ਹੁਣ ਉਸ ਰਚਨਾ ਦੇ ਪੈਰਲਲ ਉਸ ਕੋਣ ਦੀ ਪੀਕ ਜਾਂ ਸਿਖਰ ਦੇ ਨਾਲ ਪਹਿਲੇ ਤੇ ਆਖਰੀ ਬਿੰਦੂ ਨੂੰ ਮਿਲਾਓ। ਇਸ ਲਈ ਸਾਨੂੰ ਪੈਰਲਲ ਲਾਈਨਾਂ ਦੀ ਲੋੜ ਹੈ। ਤਾਂ ਜੋ ਅਸੀਂ ਹੋਰ ਡਿਵੀਜ਼ਨਲ ਲਾਈਨਾਂ ਬਣਾਉਣ ਦੀ ਸਥਿਤੀ ਵਿੱਚ ਹੋਵਾਂਗੇ। ਇਸ ਨੂੰ ਪੈਰਲਲ ਡਰਾ ਕਰੋ। ਹੁਣ ਇਹਨਾਂ ਨੂੰ 1 2 ਤੀਜਾ ਬਿੰਦੂ 4 5 6 7 ਅਤੇ 8 ਬਿੰਦੂ ਦਾ ਨਾਮ ਦਿਓ। 8 ਡਿਵੀਜ਼ਨ ਕੀਤੀਆਂ ਗਈਆਂ ਹਨ। ਹੁਣ ਸਰਕਲ ਨੂੰ 8 ਬਰਾਬਰ ਹਿੱਸਿਆਂ ਵਿੱਚ ਵੰਡੋ। 4 ਹਿੱਸੇ ਕੀਤੇ ਗਏ ਹਨ। ਦੋਵੇਂ ਪਾਸੇ 45 ਡਿਗਰੀ ਕੋਣ ਪਤਾ ਕਰੋ ਅਤੇ ਇਸ ਨੂੰ
ਇੱਕ ਲਾਈਨ ਨਾਲ ਮਿਲਾਓ। ਹੁਣ ਉਹਨਾਂ ਨੂੰ 1 2 3 4 5 6 7 ਅਤੇ 8 ਦਾ ਨਾਮ ਦਿਓ। ਇੱਕ ਲਾਈਨ ਡਰਾ ਕਰੋ ਜੋ ਇਹਨਾਂ ਪੁਆਇੰਟਾਂ ਤੋਂ ਲੰਬਵਤ ਜਾਂਦੀ ਹੈ। ਇਸ ਲਈ ਜੋ ਇਸ ਪਹਿਲੇ ਪੁਆਇੰਟ ਤੀਜੇ ਪੁਆਇੰਟ ਨੂੰ ਜੋੜ ਰਿਹਾ ਹੋਵੇਗਾ। ਇਸ ਲਈ ਇਹ ਇਸ ਪੁਆਇੰਟ ਤੇ ਐਕਸਿਸ ਨੂੰ ਕੱਟਦਾ ਹੈ। ਇਸੇ ਤਰ੍ਹਾਂ ਇਸ ਲਾਈਨ ਦੇ ਨਾਲ 2 ਤੋਂ 6 ਤੱਕ ਵਧਾਓ। ਇਸੇ ਤਰ੍ਹਾਂ 1 ਅਤੇ 7ਵੇਂ ਬਿੰਦੂ ਨੂੰ ਵਧਾਓ। ਹੁਣ ਇਸ ਕੋਣ ਉੱਤੇ 1 2 3 ਵਿੱਚੋਂ ਲੰਘਦੀਆਂ ਹੋਰੀਜ਼ੋਨਟਲ ਲਾਈਨਾਂ ਡਰਾ ਕਰੋ। ਇਸ ਲਈ ਇਹ ਉਹ ਲਾਈਨਾਂ ਹਨ ਜੋ ਜਨਰੇਟ੍ਰਿਕਸ ਨੂੰ ਇੰਟਰਸੈਕਟ ਕਰਨ ਜਾ ਰਹੀਆਂ ਹਨ। ਹੁਣ ਇਸ ਜਨਰੇਟ੍ਰਿਕਸ ਲਈ ਇੰਟਰਸੈਕਸ਼ਨ ਪੁਆਇੰਟ ਪਤਾ ਕਰੋ। ਇਸ ਲਈ ਪਹਿਲਾ ਇਸ ਪੁਆਇੰਟ 1 ਤੇ ਇੰਟਰਸੈਕਟਿੰਗ ਕਰ ਰਿਹਾ ਹੈ। ਇਸ ਨੂੰ ਸਿਖਰ ਦੇ ਨਾਲ ਮਿਲਾਓ। ਇਸ ਤਰ੍ਹਾਂ ਪੰਜਵੇਂ ਨੂੰ ਪੁਆਇੰਟ 8 ਨਾਲ ਮਿਲਾਓ। ਹੁਣ 8 ਤੋਂ P ਲਈ ਇੰਟਰਸੈਕਸ਼ਨ ਪੁਆਇੰਟ P ਹੈ। ਇਸ ਲਈ ਆਓ ਅਸੀਂ ਲਾਲ ਰੰਗ ਦੀ ਸਿਆਹੀ ਦੀ ਵਰਤੋਂ ਕਰੀਏ। ਪਹਿਲਾ ਪੁਆਇੰਟ ਸਾਡਾ P ਹੈ। ਦੂਸਰਾ ਪੁਆਇੰਟ ਜਿੱਥੇ ਇਹ ਜਨਰੇਟਰ ਹੋਰੀਜ਼ੋਨਟਲ ਲਾਈਨ ਨੂੰ ਇੰਟਰਸੈਕਟ ਕਰਦੇ ਹਨ P1 ਹੈ। ਇਸੇ ਤਰ੍ਹਾਂ ਜਨਰੇਟਰ ਅਤੇ ਇਹ ਲਾਈਨ ਹੋਰੀਜ਼ੋਨਟਲ 1 P2 ਤੇ ਇੰਟਰਸੈਕਟਿੰਗ ਕਰਦੀ ਹੈ। 3 ਨੂੰ ਵਧਾਓ ਜੋ ਕਿ ਇੰਟਰਸੈਕਟ ਕਰ ਰਿਹਾ ਹੈ। 3 ਇਸ ਜਨਰੇਟਰ ਦੁਆਰਾ ਜਾਂਦਾ ਹੈ। P3 ਤੇ ਇੰਟਰਸੈਕਟਿੰਗ ਕਰ ਰਿਹਾ ਹੈ। ਜਨਰੇਟ੍ਰਿਕਸ ਰਾਹੀਂ 4 ਲਾਈਨ ਇਸ P4 ਨੂੰ ਇੰਟਰਸੈਕਟ ਕਰਦੀ ਹੈ। ਪੰਜਵੀਂ ਲਾਈਨ ਦੁਬਾਰਾ ਇਹ ਇੱਥੇ ਇੰਟਰਸੈਕਟ ਕਰਦੀ ਹੈ। ਛੇਵੀਂ ਲਾਈਨ ਇਸ ਪੁਆਇੰਟ P6 ਅਤੇ 7 ਲਾਈਨ ਤੋਂ ਲੰਘਦੀ ਹੈ। ਇਹ ਇਸ ਜਨਰੇਟਰ ਰਾਹੀਂ ਲੰਘਦਾ ਹੈ। ਇੱਥੇ ਹੈ ਅਤੇ 8ਵਾਂ ਇਸ ਜਨਰੇਟਰ ਰਾਹੀਂ ਲੰਘਦਾ ਹੈ। P8 ਹੈ। ਹੁਣ ਇਹਨਾਂ ਲਾਈਨਾਂ ਨੂੰ ਇੱਕ ਫ੍ਰੀਹੈਂਡ ਕਰਵ ਨਾਲ ਮਿਲਾਓ। ਜਦੋਂ ਇੱਕ ਰੱਸੀ ਨੂੰ ਕਿਸੇ ਕੋਣ ਦੇ ਦੁਆਲੇ ਘੁਮਾਇਆ ਜਾਂਦਾ ਹੈ ਤਾਂ ਉਸ ਰੱਸੀ ਦਾ ਅਗਲਾ ਹਿੱਸਾ ਦਿਖਾਈ ਦੇਵੇਗਾ। ਜਦ ਇਹ ਕੋਣ ਦੇ ਪਿਛਲੇ ਪਾਸੇ ਨੂੰ ਘੁਮਾ ਰਿਹਾ ਹੁੰਦਾ ਹੈ ਤਾਂ ਇਹ ਪਹਿਲੇ ਪਾਸੇ ਤੋਂ ਇਨਵਿਜ਼ੀਬਲ ਹੋ ਜਾਵੇਗਾ। ਹਾਲਾਂਕਿ ਇਹ ਉੱਥੇ ਹੈ, ਇਹ ਸਾਡੇ ਲਈ ਇਨਵਿਜ਼ੀਬਲ ਹੈ। ਇਸ ਲਈ ਇਸ ਤਰ੍ਹਾਂ ਦੀਆਂ ਲਾਈਨਾਂ ਇਨਵਿਜ਼ੀਬਲ ਚੀਜ਼ਾਂ ਹਨ ਪਰ ਫਿਰ ਵੀ ਮੌਜੂਦ ਹਨ। ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਤਾਂ ਆਓ ਅਸੀਂ P4 ਤੋਂ ਅੱਗੇ ਜੋੜੀਏ। ਇਹ ਵਾਪਸ ਚਲੀ ਜਾਂਦੀ ਹੈ ਅਤੇ ਵਾਈਨਡ ਕਰਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਅਸੀਂ ਇਸ ਨੂੰ ਡੈਸ਼ਡ ਲਾਈਨਾਂ ਦੁਆਰਾ ਦਿਖਾਉਂਦੇ ਹਾਂ। ਇਸ ਲਈ ਇੱਕ ਡੈਸ਼ਡ ਲਾਈਨ ਇਸ ਵਿੱਚੋਂ ਲੰਘਦੀ ਹੈ। ਹੁਣ ਇੱਕ ਰੰਗ ਬਣਾਓ ਤਾਂ ਜੋ ਸਾਡਾ ਕੋਨਿਕਲ ਹੈਲਿਕਸ ਫਰੰਟਲ ਵਿਊ ਤੇ ਉਸੇ ਤਰ੍ਹਾਂ ਦਿਖਾਈ ਦੇਵੇ। ਇਸ ਲਈ ਆਓ ਅਸੀਂ ਉਸ ਕਰਵ ਦੇ ਬੋਟਮ ਹਿੱਸੇ ਲਈ ਵੀ ਟੌਪ ਵਿਊ ਤੋਂ ਅਜਿਹਾ ਕਰੀਏ। ਜੇਕਰ ਅਸੀਂ ਇਸ ਦਿਸ਼ਾ ਵਿੱਚ ਟੌਪ ਵਿਊ ਤੋਂ ਦੇਖ ਰਹੇ ਹਾਂ, ਉਸ ਪਲੇਨ ਤੇ ਹੈਲਿਕਸ ਕਿਵੇਂ ਵਾਈਨਡ ਹੁੰਦਾ ਹੈ। ਆਓ ਇਸ ਨੂੰ ਡਰਾ ਕਰੀਏ।
ਇਸ ਲਈ ਇੰਟਰਸੈਕਸ਼ਨ ਪੁਆਇੰਟ ਇਸ ਤੇ ਹਨ ਜਿਵੇਂ ਕਿ P1, P2, P3, P4 ਅਤੇ ਇਸ ਤਰ੍ਹਾਂ ਦੇ ਪ੍ਰੋਜੈਕਸ਼ਨ ਜੋ ਅਸੀਂ ਇੱਥੇ ਪ੍ਰਾਪਤ ਕਰਨ ਜਾ ਰਹੇ ਹਾਂ, ਉਹ ਇਹਨਾਂ ਸਭ ਤੋਂ ਹੇਠਲੇ ਪੁਆਇੰਟਾਂ ਦੁਆਰਾ ਜਾਂਦੇ ਹਨ। ਇਸ ਲਈ ਆਓ ਆਪਾਂ ਇਸ ਪਲੇਨ ਦੇ ਪੈਰਲਲ ਚੱਲਦੇ ਹੋਏ P1 ਨੂੰ ਇੰਟਰਸੈਕਟ ਕਰਦੇ ਹਾਂ। ਪਹਿਲੇ ਜਨਰੇਟ੍ਰਿਕਸ ਦੇ ਸਾਰੇ ਤਰੀਕੇ ਇੱਥੇ ਇੱਕ ਲਾਲ ਲਾਈਨ ਦੁਆਰਾ ਸਥਿਤ ਹਨ। ਇਸ ਲਈ ਪਹਿਲਾ ਪੁਆਇੰਟ ਇੱਥੇ ਹੈ P ਦੁਬਾਰਾ। ਇਹ ਇੱਕ P1 ਹੈ। ਆਓ ਅਸੀਂ ਇਸ P1 ਲਈ ਵਰਤਦੇ ਹਾਂ। ਦੂਜਾ, ਇਹ ਜਨਰੇਟ੍ਰਿਕਸ ਦੁਆਰਾ ਜਾਂਦਾ ਹੈ। ਇਸ ਲਈ 2 ਦੇ ਸਮਾਨਾਂਤਰ ਜਾਣ ਲਈ ਇਸ ਨੂੰ ਹੋਰੀਜ਼ੋਨਟਲ ਲਾਈਨ ਤੇ ਬਣਾਓ। ਉੱਥੋਂ ਇੱਕ ਕੰਪਸ ਲੈ ਕੇ ਇੱਕ ਚਾਪ ਨੂੰ ਦੂਜੇ ਉੱਤੇ ਬਣਾਓ। ਇੱਥੇ ਇੰਟਰਸੈਕਟਿੰਗ ਕਰ ਰਿਹਾ ਹੈ, ਉਸ ਨੂੰ ਇੱਕ P2 ਪ੍ਰਾਈਮ ਕਹੋ। ਹੁਣ 3 ਦੇ ਪੈਰਲਲ ਜਾਓ। ਇਹ ਇੱਥੇ ਇੰਟਰਸੈਕਟ ਕਰਦਾ ਹੈ। ਉਸ ਬਿੰਦੂ ਨੂੰ P3 ਪ੍ਰਾਈਮ ਕਹੋ। ਇਸੇ ਤਰ੍ਹਾਂ ਇਸ 4ਵੇਂ ਦੇ ਸਮਾਨਾਂਤਰ ਜਾਂਦੀ ਹੈ। ਇਹ ਇੱਥੇ 4 ਤੇ ਇੰਟਰਸੈਕਟ ਕਰਦੀ ਹੈ। ਇਸ ਲਈ ਇਸ ਨੂੰ P4 ਕਹੀਏ। ਇਸੇ ਤਰ੍ਹਾਂ 5 ਦੇ ਸਮਾਨਾਂਤਰ ਜਾਂਦੀ ਹੈ। ਫਿਰ 6 ਲਈ ਇਸ ਬਿੰਦੂ P5 ਪ੍ਰਾਈਮ ਤੇ ਇੰਟਰਸੈਕਟਿੰਗ ਕਰਦੀ ਹੈ। ਇਹ ਇਸ ਪੁਆਇੰਟ ਤੋਂ ਲੰਘਦਾ ਹੈ। ਹਾਲਾਂਕਿ ਅਸੀਂ ਸਟੀਕ ਮਾਪ ਚਾਹੁੰਦੇ ਹਾਂ ਜੋ ਇਸ 6 ਦੇ ਪੈਰਲਲ ਜਾ ਰਿਹਾ ਹੈ। ਇਸ ਲਈ ਅਸੀਂ ਹੋਰੀਜ਼ੋਨਟਲ ਨੂੰ ਇੰਟਰਸੈਕਟ ਕਰਦੇ ਹਾਂ। ਉਸ ਧੁਰੇ ਤੇ ਇਸ ਪੁਆਇੰਟ ਦੀ ਦੂਰੀ ਨੂੰ ਮਾਪੋ। ਇਹ ਇੱਥੇ ਬਣਾਉਂਦਾ ਹੈ। ਇਸ ਬਿੰਦੂ ਨੂੰ P6 ਪ੍ਰਾਈਮ P7 ਵਜੋਂ ਮਿਲਾਓ। ਇਹ 7 ਤੋਂ ਹੋ ਕੇ ਲੰਘਦਾ ਹੈ। ਇਹ ਇਸ ਪੁਆਇੰਟ ਨੂੰ ਇੰਟਰਸੈਕਟ ਕਰਦਾ ਹੈ। ਇਸ ਨੂੰ ਇੱਥੇ ਇੱਕ P7 ਪ੍ਰਾਈਮ ਅਤੇ P8 ਕਿਸੇ ਵੀ ਤਰ੍ਹਾਂ ਕਹੋ। ਹੁਣ ਇਹਨਾਂ ਨੂੰ ਮਿਲਾਓ। ਕਿਉਂਕਿ ਅਸੀਂ ਟੌਪ ਵਿਊ ਤੋਂ ਉਸ ਡਾਇਰੈਕਸ਼ਨ ਵਿੱਚ ਦੇਖ ਰਹੇ ਹਾਂ, ਇਸ ਲਈ ਪੂਰੀ ਰੋ ਦਿਖਾਈ ਦੇਵੇਗੀ। ਇਸ ਲਈ ਇਸ ਵਿਊ ਤੇ 8 ਉੱਪਰ ਤੋਂ ਇੱਕ ਨਿਰੰਤਰ ਲਾਈਨ ਹੋਵੇਗੀ। ਅਸੀਂ ਦੇਖ ਰਹੇ ਹਾਂ, ਮੈਂ ਇਸ ਨੂੰ ਇਸ ਹੋਰੀਜ਼ੋਨਟਲ ਪਲੇਨ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਲਈ ਇੱਕ ਸਮੂਥ ਫ੍ਰੀਹੈਂਡ ਨਾਲ ਮਿਲਾਓ ਵਕਰ ਜੋ P4 P5 6 7 8 ਵਿੱਚੋਂ ਲੰਘਦਾ ਹੈ। ਹੁਣ ਇੱਕ ਸਮੂਥ ਕਰਵ ਪ੍ਰਾਪਤ ਕਰਨ ਲਈ ਇਸ ਨੂੰ ਇੱਕ ਨਿਰੰਤਰ ਵਕਰ ਦੁਆਰਾ ਪੂਰੀ ਤਰ੍ਹਾਂ ਨਾਲ ਮਿਲਾਓ। ਅਸੀਂ ਫ੍ਰੈਂਚ ਕਰਵ ਦੀ ਵਰਤੋਂ ਕਰ ਸਕਦੇ ਹਾਂ। ਇਸ ਲਈ ਇਸ ਨੂੰ ਅਸੀਂ ਕੋਨਿਕਲ ਹੈਲਿਕਸ ਕਹਿੰਦੇ ਹਾਂ। ਇੱਥੇ ਇਸਨੇ ਇੱਕ ਰੈਵੋਲੂਸ਼ਨ ਕੀਤੀ। ਇਸਨੇ ਕੁਝ ਸਥਿਤੀਆਂ ਵਿੱਚ ਜੇਕਰ ਅਸੀਂ ਹੋਰ ਬਹੁਤ ਸਾਰੀਆਂ ਰੈਵੋਲੂਸ਼ਨ ਕਰ ਰਹੇ ਹਾਂ, ਜੇਕਰ 2 ਰੈਵੋਲੂਸ਼ਨ ਲੰਘ ਰਹੇ ਹਨ, ਤਾਂ ਇੱਕ ਰੈਵੋਲੂਸ਼ਨ ਦੀ ਬਜਾਏ ਸਮਾਨ ਪ੍ਰੋਸੈਸਰ ਦਾ ਪਾਲਨ ਕਰਨਾ ਹੋਵੇਗਾ। ਅਸੀਂ ਚੀਜ਼ ਨੂੰ ਕਈ ਹੋਰ ਹਿੱਸਿਆਂ ਵਿੱਚ ਵੰਡ ਕੇ ਇਸ ਕਰਵ ਨੂੰ 2 ਹੋਰ ਰੈਵੋਲੂਸ਼ਨ ਤੱਕ ਵਧਾਉਣ ਜਾ ਰਹੇ ਹਾਂ ਅਤੇ ਇਸ ਨੂੰ ਆਸਾਨੀ ਨਾਲ ਜੋੜਦੇ ਹੋਏ ਅਸੀਂ ਕੋਨਿਕਲ ਭਾਗਾਂ ਨੂੰ ਬੰਦ ਕਰ ਰਹੇ ਹਾਂ। ਅਗਲੀ ਕਲਾਸ ਤੋਂ ਬਾਅਦ ਅਸੀਂ ਇਹਨਾਂ ਪ੍ਰੋਜੈਕਸ਼ਨਾਂ ਬਾਰੇ ਹੋਰ ਸਿੱਖਾਂਗੇ, ਜਿਵੇਂ ਕਿ ਵਰਟੀਕਲ ਪਲੇਨ ਕੀ ਹੁੰਦਾ ਹੈ, ਹੋਰੀਜ਼ੋਨਟਲ ਪਲੇਨ ਕੀ ਹੁੰਦਾ ਹੈ।
ਕਿਸੇ ਚੀਜ਼ ਨੂੰ ਫਰੰਟ ਟੌਪ ਵਿਊ ਦੇ ਰੂਪ ਵਿੱਚ, ਕਿਸੇ ਚੀਜ਼ ਨੂੰ ਟੌਪ ਵਿਊ ਦੇ ਰੂਪ ਵਿੱਚ, ਕਿਸੇ ਸਾਈਡ ਵਿਊ ਦੇ ਰੂਪ ਵਿੱਚ ਕਿਵੇਂ ਕਲਪਨਾ ਕਰਨਾ ਹੈ। ਅਤੇ ਇਹਨਾਂ ਵਿਊਜ਼ ਦੀ ਦਿਸ਼ਾ ਅਗਲੀ ਕਲਾਸ ਵਿੱਚ ਦੇਖਾਂਗੇ। ਧੰਨਵਾਦ।